ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ। ਹਿਰਦੈ ਨਿਤ ਧਿਆਉ, ਗੁਰ ਰਾਮਦਾਸ ਗੁਣ ਗਾਉ। ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ ਦੋਹਰਾ। ਸਿਰ ਅਰਜਨ ਹੋਏ ਜਾਮਨੀ, ਆਵੈ ਅਜਰ ਮਝਾਰ। ਬੈਠ ਪ੍ਰਯੰਕ ਬਿਰਾਜਤੇ, ਸਭ ਸੁਖ ਕੇ ਦਾਤਾਰ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਅਰਜਨ ਹੋਏ ਜਾਮਨੀ, ਆਵੈ ਅਜਰ ਮਝਾਰ। ਬੈਠ ਪ੍ਰਯੰਕ ਬਿਰਾਜਤੇ, ਸਭ ਸੁਖ ਕੇ ਦਾਤਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 10 ਸ਼ੁਰੂ ਕਰਦੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸੱਪ ਦਾ ਉਧਾਰ ਕੀਤਾ, ਔਰ ਜਿਵੇਂ ਮਾਤਾ ਗੰਗਾ ਜੀ ਦੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਬਣੀ ਕਿ ਇਹ ਆਪ ਹੀ ਰੱਬ ਨੇ, ਆਪ ਹੀ ਅਵਤਾਰ ਨੇ, ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਦੇ ਅੰਦਰੋਂ ਇਹ ਖਿਆਲ ਦੂਰ ਕਰਨ ਲਈ ਕਿ ਮੈਂ ਕੇਵਲ ਆਪ ਜੀ ਦਾ ਬੱਚਾ ਹਾਂ, ਤੁਸੀਂ ਮੇਰੀ ਮਾਤਾ ਹੋ। ਤੇ ਮਾਂ ਪੁੱਤ ਦੀ ਤਰ੍ਹਾਂ ਬਾਬਾ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਖੇਡਦੇ ਨੇ ਕਿ ਬਾਲਕਾਂ ਦੀ ਤਰ੍ਹਾਂ ਭੱਜ ਭੱਜ ਕੇ ਵਿਖਾਉਂਦੇ ਨੇ, ਕਦੇ ਗੋਦ ਵਿੱਚ ਆ ਕੇ ਬੈਠਦੇ ਨੇ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਉਸ ਦਿਨ ਜਦੋਂ ਸੱਪ ਨੂੰ ਮੁਕਤ ਕੀਤਾ ਹੈ, ਸ਼ਾਮ ਨੂੰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਦੇ ਵਿੱਚ ਆਏ ਨੇ, ਪਲੰਗ ਦੇ ਉੱਤੇ ਬਿਰਾਜਮਾਨ ਹੋਏ ਨੇ, ਜਿਹੜੇ ਸੁੱਖਾਂ ਦੇ ਦਾਤੇ ਨੇ। ਸਵਈਆ ਹਾਥ ਕੋ ਜੋਰ ਕੈ, ਗੰਗ ਬਖਾਨਤ ਆਪ ਮਹਾਮਤ ਦੇਤ ਸਭੈ। ਕਹਿੰਦੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਆ ਕੇ ਪਲੰਗ ਦੇ ਉੱਤੇ ਬਿਰਾਜਮਾਨ ਹੋਏ ਨੇ, ਬੈਠੇ ਨੇ, ਮਾਤਾ ਗੰਗਾ ਜੀ ਆਏ, ਹੱਥ ਜੋੜੇ, ਨਮਸਕਾਰ ਕੀਤੀ, ਔਰ ਨਮਸਕਾਰ ਕੇ ਕਹਿੰਦੇ ਨੇ ਹੇ ਸੁਆਮੀ, ਆਓ ਜੀ ਤੇ ਸਭ ਨੂੰ ਮੱਤ ਦਿੰਦੇ ਹੋ, ਸਭ ਨੂੰ ਗਿਆਨ ਵੰਡਦੇ ਹੋ। ਮੋਹਿ ਹਿਰਦਾ ਡਰ ਪੰਤ ਰਹਿ, ਇਸ ਹਿਤ ਕਰੂੰ ਬੇਨਤੀ ਸੋ ਅਬੈ। ਪਰ ਸਤਿਗੁਰੂ ਜੀ ਫਿਰ ਵੀ ਮੇਰਾ ਅੰਦਰ ਜਿਹੜਾ ਹੁਣ ਹਰ ਵੇਲੇ ਡਰਦਾ ਰਹਿੰਦਾ ਹੈ, ਕਿਉਂਕਿ ਇੱਕ ਮਾਂ ਹੋ ਕੇ ਬੇਨਤੀ ਕਰਦੇ ਨੇ ਕਿ ਕਦੇ ਕੋਈ ਦਾਈ ਆ ਜਾਂਦੀ ਹੈ ਸਾਡੇ ਬੱਚੇ ਨੂੰ ਮਾਰਨ ਲਈ, ਕਦੇ ਕੋਈ ਸੱਪ ਭੇਜ ਦਿੰਦਾ ਹੈ। ਇਹ ਸਾਰਾ ਕੁਝ ਵੇਖ ਕੇ ਹੁਣ ਮੇਰਾ ਤੇ ਹਰ ਵੇਲੇ ਅੰਦਰ ਡਰ ਬਣ ਗਿਆ ਹੈ। ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਬਰਿੰਦ ਬੜੇ ਉਤਪਾਤ ਕੇ ਘਾਤਕ, ਆਪ ਸਮਰੱਥ ਜਬੈ ਸੋ ਕਬੈ। ਮਾਤਾ ਗੰਗਾ ਜੀ ਕਹਿੰਦੇ ਨੇ ਇੱਥੇ ਤੇ ਨਿੱਤ ਉਤਪਾਤ ਹੋਣ ਲੱਗੇ ਨੇ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਘਾਤ ਲਾ ਕੇ ਸਮਾਂ ਪਾ ਕੇ ਸਾਡੇ ਪੁੱਤਰ ਦੇ ਘਾਤ ਕਰਨਾ ਚਾਹੁੰਦਾ ਹੈ। ਤੇ ਸਤਿਗੁਰੂ ਜੀ ਆਪ ਤੇ ਹਰ ਤਰ੍ਹਾਂ ਦੇ ਨਾਲ ਸਮਰੱਥ ਹੋ, ਸਾਰੀਆਂ ਤਾਕਤਾਂ ਦੇ ਮਾਲਕ ਹੋ। ਹੋਏ ਨਾ ਕੋ ਬਿਗਨਾ ਤਿਸ ਸਥਾਨ, ਜਹਾਂ ਤੁਮ ਨਾਮ ਉਚਾਰ ਤਬੈ। ਔਰ ਸਤਿਗੁਰੂ ਜੀ ਇਹ ਵੀ ਆਪ ਜੀ ਤੇ ਭਰੋਸਾ ਹੈ ਕਿ ਜਿਹੜੇ ਸਥਾਨ ਤੇ ਕੇਵਲ ਆਪ ਰਹਿੰਦੇ ਹੀ ਨਹੀਂ, ਜਿਹੜੇ ਥਾਂ ਤੇ ਕੋਈ ਤੁਹਾਡਾ ਨਾਮ ਜਪਦਾ ਹੈ, ਸਤਿਗੁਰੂ ਜੀ ਵਿਗਣ ਤੇ ਉਹਨੂੰ ਵੀ ਕੋਈ ਨਹੀਂ ਹੁੰਦਾ, ਦੁੱਖ ਤੇ ਉਹਨੂੰ ਵੀ ਪੋ ਨਹੀਂ ਸਕਦਾ। ਪਰ ਫਿਰ ਵੀ ਇੱਕ ਮਾਂ ਹੋ ਕੇ
माता गंगा जी उत्ते बेनती करते ने, आए बसे हम ग्राम बिखाए कर बृंद उपाय को नंदन पायो। माता गंगा जी कहते ने कि सतगुरु जी इन्ने उपा करके बाबा बूढ़ा से जी तो बेनती करवा के, अरदास करवा के, बचन करा के पुत्र की प्राप्ति हुई है। अपना नगर छड्ड के असीं वडाली में जाके वस गए। सुंदर रूप बिलंद आनंद को एक कह तो दुती उपायो। और माता गंगा जी कहते ने इन्ना सोहना रंग रूप डील डोल। धन गुरु नानक साहब ने सानू बालक दिता, इको एक दे पुत्र है। श्री गुरु नानक आप दया कर हाथ दे जान के दास बचायो। ते धन गुरु नानक देव सच्चे पातशाह जी ने सानू अपना दास सेवक समझ के आप हाथ दे के मेरे हरगोबिंद साहब ने 2 बारी बचाया है। ताए महा अपराधन ते इस पनंग ते सुख सो उबारे हो। कहते ताए महा अपराधन ते, चाहे वो वड्डे अपराधन पापन दाई होवे ते जां इस बारी इस पनंग कहते ने नाग, इस काले नाग तो गुरु साहब ने सुख दिता है, सानू बचाया है, साडे पुत्र नू बचाया है। आप चलो अपने पुर को तह बास करो बिघनो नह होवै। और देखो भावें माता गंगा जी ये सब कुछ जानते हैं कि कराने वाला पृथ्वी है, पर फिर भी बेनती करते हैं सतगुरु जी अपने घर में चलो। धन गुरु रामदास महाराज जी ने कृपा करके जिथे आप जी ने हुक्म किया, जिथे घर वसाया, गुरु की नगरी है, उत्थे चलो, उत्थे सानू किसी तरह का विघन नहीं आएगा। तो माता गंगा जी को क्यों लगता है कि उत्थे विघन नहीं आएगा? कहते सेवक बृंद बसै सब सेवै, चिंत तहां बस के हम खूवै। माता जी कहते ने भावें ये बडाली पिंड सारा साडे नाल प्यार करता है, पर साडे सेवक, साडे सिख, साडे बहुते दास जिहड़े ने वो गुरु नगरी दे विच ने, रामदासपुर दे विच ने। उत्थे साडे बहुते सेवक ने, बहुते दास ने। ईखद ग्राम बिखै बसते नर बृंद नहीं पुर जेतक जुमै। क्योंकि पिंड छोटा है, इन्ने बहुते इत्थे लोग नहीं रहिंदे, बहुते इत्थे दास नहीं। और घर भी जेडे उन्ने को बजाय बनाए सन जिथे बस सिर्फ गुजारा हो जाता है। किसी दास दासियां घट ने, मेरे हरगोबिंद साहब दे उत्ते पूरी तरह ख्याल नहीं रख सकते। थान बडेन के बास करो सुख रास, तहां निश्चंत ही सुमै। सतगुरु जी कृपा करो कि उस वड्डियां दे नगर विच, वड्डे घर विच, क्योंकि वड्डे धन गुरु रामदास जी ने उन्हां दे हुक्म नाल बनिया, उन्होंने आप हुक्म किया सी, उस नगर विच जाके वसीए कि जिथे असीं कुछ निश्चिंत हो सकीए। श्री गुरुनाथ भणियो डरना और बालक के रखवार रमा पत। धन गुरु अर्जन देव महाराज जी मुस्करा पे और मुस्करा के विचार करते हैं, क्योंकि बीबियां ने, बीबियां के अंदर डर आ जाता। और खास करके बीबियां वो जिहड़ियां माँ होण, इसलिए डर नहीं, माँ की एक ममता है। और धन गुरु अर्जन देव महाराज जी मुस्करा के कहते हैं कि गंगा जी डरो ना, बालक के रखवार रमापत। साडे बालक दे राखे आप परमेश्वर ने, ते गुरु ते भरोसा रखो, जिसका साहिब डाढ़ा होए तिसको मार न सके कोई, कोई की बिगाड़ सकता है। भावे टरै न है को कित जाए, बने तिस रेत मिटे ना कदाचित। ते बाकी सतगुरु जी कहते ने भाई गंगा जी चले भावें किते भी जाइए, रहिए भावें किते भी, जदों समर्थ गुरु का हथ सिर ते होवे कोई कुछ नहीं बिगाड़ सकता। पर जिहड़ी भावी है ना, जो कुछ होना है वो इत्थे भी हो जाना तो उत्थे भी हो जाना है। थां बदलण दे नाल भावी नहीं बदलती, जो होना वो तो हो ही जाना है।
ਰੱਬ ਦੇ ਰੇਤ, ਰੱਬ ਦੀ ਮਰਿਆਦਾ ਨੂੰ ਕੋਈ ਨਹੀਂ ਮੇਟ ਸਕਦਾ। ਰੱਬ ਤੇ ਭਰੋਸਾ ਰੱਖੋ ਜਿੱਥੇ ਰਹੀਏ। ਧੰਨ ਗੁਰੂ ਨਾਨਕ ਸਾਹਿਬ ਜੀ ਸਾਡੇ ਬਾਲਕ ਦੇ ਨਾਲ ਨੇ। ਆਸ ਕਰੋ ਪਰਮੇਸ਼ਰ ਕੀ, ਜਿਸ ਤੇ ਨਹਿ ਔਰ ਬੜੋ ਸੁਖ ਦਤਾ ਹਿਤ। ਇਸ ਕਰਕੇ ਗੰਗਾ ਜੀ ਇਹ ਆਸ ਨਾ ਕਰੋ ਕਿ ਰਾਮਦਾਸ ਨਗਰ ਚਲੇ ਜਾਵਾਂਗੇ, ਗੁਰੂ ਕੀ ਨਗਰੀ ਚਲੇ ਜਾਵਾਂਗੇ ਤੇ ਦੁੱਖ ਨਹੀਂ ਆਉਣਗੇ। ਜੇ ਆਸ ਕਰਨੀ ਤੇ ਆਸ ਕੇਵਲ ਪਰਮੇਸ਼ਰ ਦੀ ਕਰੋ। ਸਤਿਨਾਮ ਵਾਹਿਗੁਰੂ ਤੋਂ ਚੇਤੇ ਦੇ ਵਿੱਚ ਰੱਖੋ, ਨਹਿ ਔਰ ਬੜੋ ਸੁਖ ਦਾ ਹਿਤ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨਾਲੋਂ ਵੱਡਾ ਤੇ ਕੋਈ ਨਹੀਂ ਨਾ। ਆਸ ਉਹਦੇ ਤੇ ਰੱਖੋ। ਤਰਾਸ ਬਿਨਾ ਕਿਮ ਤਰਾਸ ਕਰੈ, ਸਿਮਰੋ ਸਤਨਾਮ ਵਿਸਾਲ ਸਦਾ ਚਿਤ। ਔਰ ਸਤਿਗੁਰੂ ਜੀ ਕਹਿੰਦੇ ਨੇ ਗੰਗਾ ਜੀ ਡਰ ਤੋਂ ਬਿਨਾ ਡਰ ਕਿਵੇਂ ਰੱਖਦੇ ਹੋ। ਉਹਨਾਂ ਦਾ ਭਾਵ ਅਰਥ ਸਮਝੋ। ਕਵੀ ਸੰਤੋਖ ਸਿੰਘ ਜੀ, ਉਹਨਾਂ ਦੀ ਕਵਿਤਾ ਨੂੰ ਵੀ ਨਮਸਕਾਰ ਹੈ ਕਿ ਡਰ ਤੋਂ ਬਿਨਾ ਡਰ ਕਿਵੇਂ ਰੱਖਦੇ ਹੋ। ਵੀ ਜੇ ਸਾਨੂੰ ਕਿਸੇ ਦਾ ਡਰ ਨਹੀਂ, ਕੇਵਲ ਇੱਕ ਰੱਬ ਦਾ ਡਰ ਹੋਵੇ ਤੇ ਫਿਰ ਕਿਸੇ ਦਾ ਡਰ ਰੱਖਣ ਦੀ ਕੀ ਲੋੜ ਹੈ। ਕਿਸੇ ਤੋਂ ਕਿਉਂ ਡਰਨਾ ਹੈ। ਕਹਿੰਦੇ ਸਦਾ ਵਿਸਾਲ ਚਿੱਤ ਹੋ ਕੇ ਖੁੱਲੇ ਦਿਲ ਦੇ ਨਾਲ ਬਸ ਕੇਵਲ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ। ਕਿਸੇ ਤੋਂ ਡਰਨ ਦੀ ਲੋੜ ਨਹੀਂ। ਗੂੜ ਮਹਾ ਕਪਟੀ ਪ੍ਰਿਥਿਆ, ਨਹਿ ਦੇਖ ਸਕੈ ਪਰ ਕੀ ਵਡਿਆਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਦੇ ਵੀ ਨੇ ਔਰ ਗੰਗਾ ਜੀ ਨੂੰ ਦੱਸਦੇ ਵੀ ਨੇ ਕਿ ਗੰਗਾ ਜੀ ਪ੍ਰਿਥਿਆ ਹੈ ਤੇ ਸਾਡਾ ਵੱਡਾ ਭਰਾ, ਪਰ ਉਹ ਹੈ ਕਪਟੀ। ਗੂੜ ਮਹਾ ਕਪਟੀ, ਇਹ ਵੀ ਨਹੀਂ ਛੋਟਾ, ਵੱਡੇ ਕਪਟੀ ਹੈ। ਅਸਲ ਵਿੱਚ ਉਹ ਸਾਡੀ ਤੇ ਗੁਰੂ ਘਰ ਦੇ ਇਸ ਵਡਿਆਈ ਨੂੰ ਵੇਖ ਹੀ ਨਹੀਂ ਸਕਦਾ। ਬਾਹਰ ਪ੍ਰੇਮ ਕਰੇ ਹਿਤ ਭਾਖਤ, ਰਾਕਤ ਕੋਟ ਹਿਰਦੈ ਦੁਸ਼ਟਾਈ। ਔਰ ਇੰਨਾ ਕਪਟੀ ਹੈ ਜ਼ਬਾਨ ਦੇ ਨਾਲ ਤੇ ਇੰਨਾ ਮਿੱਠਾ ਬੋਲਦਾ ਕਿ ਮੇਰੇ ਵਰਗਾ ਪਿਆਰ ਹੀ ਕੋਈ ਨਹੀਂ ਕਰਦਾ, ਪਰ ਉਹ ਪ੍ਰਿਥਿਆ ਅੰਦਰ ਖੋਟ ਰੱਖਦਾ ਹੈ। ਹੇਰਤ ਹੀ ਹਮਕੋ ਦੁਖ ਪਾਵਤ, ਯਾ ਹਿਤ ਠਾਨ ਅਨੇਕ ਉਪਾਈ। ਤੇ ਗੰਗਾ ਜੀ ਉਹ ਤੇ ਸਾਨੂੰ ਵੇਖਦੇ ਨਾਲ ਹੀ ਦੁਖੀ ਹੋ ਜਾਂਦਾ ਹੈ। ਤਾਂ ਹੀ ਤੇ ਇੰਨੇ ਉਪਾਅ ਕਰ ਰਿਹਾ, ਕਦੇ ਦਾਈ ਨੂੰ ਭੇਜਦਾ, ਕਦੇ ਨਾਗ ਨੂੰ ਭੇਜਦਾ ਹੈ, ਕਿਤੇ ਹੋਰ ਕਈ ਯਤਨ ਕਰਦਾ ਹੈ। ਤੇ ਜੇ ਉੱਥੇ ਜਾਵਾਂਗੇ ਹਰ ਵੇਲੇ ਵੇਖ ਵੇਖ ਕੇ ਹੋਰ ਜ਼ਿਆਦਾ ਦੁਖੀ ਹੋਏਗਾ। ਜਾਂ ਤੇ ਰਹੋ ਇਸ ਤੇ ਹੋਏ ਦੂਰ ਭਲੀ, ਨਾ ਸ਼ਰੀਕਣ ਕੀ ਕੁਟਲਾਈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਗੰਗਾ ਜੀ ਦੇ ਤੋਂ ਦੂਰ ਹੀ ਹਜੇ ਰਹੋ। ਕਿਉਂਕਿ ਸ਼ਰੀਕਾਂ ਦੇ ਵਿੱਚ ਜਦੋਂ ਇਵੇਂ ਦਾ ਕੁੜੱਤਣ, ਇਵੇਂ ਦੀ ਕੁਟਿਆਈ ਆ ਜਾਏ ਨਾ, ਫਿਰ ਉਹ ਚੰਗੀ ਨਹੀਂ ਹੁੰਦੀ। ਔਰ ਪ੍ਰਿਥੀ ਚੰਦ ਦੇ ਅੰਦਰ ਉਹ ਕੁਟਾਈ ਆ ਗਈ, ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਯੋਂ ਕਹਿ ਸ੍ਰੀ ਗੁਰ ਤੂਸ਼ਣ ਕੀਨ, ਵਿਚਾਰਤ ਨਾਰ ਸੁਭਾਵ ਸੁਤਰਾਸਾ। ਇੰਨੇ ਬਚਨ ਕਹਿ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਚੁੱਪ ਹੋ ਗਏ, ਨਾਲੇ ਵਿਚਾਰ ਕਰਦੇ ਨੇ ਕਿ ਤੇ ਇਸਤਰੀਆਂ ਵਾਲਾ ਸੁਭਾਅ ਹੈ ਇਹਨਾਂ ਦਾ, ਬੀਬੀਆਂ ਵਾਲਾ ਸੁਭਾਅ, ਡਰ ਗਏ ਨੇ। ਔਰ ਬੀਬੀਆਂ ਖਾਸ ਕਰਕੇ ਪਹਿਲੋਂ ਬੇਨਤੀ ਕੀਤੀ ਜਿਹੜੀ ਮਾਂ ਹੋਵੇ, ਇਸ ਕਰਕੇ ਅੰਦਰੋਂ ਇਹਨਾਂ ਦੇ ਇੱਕ ਡਰ ਬੈਠ ਗਿਆ ਹੈ। ਸੋਚਤ ਹੈ ਸੁਤ ਧਾਰ ਸਨੇਹ ਕੋ, ਜਾਣਤ ਹੈ ਨਾ ਇਹ ਬਲ ਰਾਸਾ। ਕਿਉਂਕਿ ਗੰਗਾ ਜੀ ਤੇ ਇਹ ਸੋਚਦੇ ਨੇ ਕਿ ਮੇਰਾ ਪੁੱਤਰ ਹੈ, ਪਰ ਇਹ ਨਹੀਂ ਜਾਣਦੇ ਕਿ ਸਾਰੀਆਂ ਤਾਕਤਾਂ ਦੇ ਮਾਲਕ ਹੀ ਨੇ। ਤੇ ਜਿਹੜੇ ਤਾਕਤਾਂ ਦੇ ਮਾਲਕ ਆਪ ਹੋਣ, ਦੁਨੀਆ ਦੀ ਤਾਕਤ ਕੀ ਵਿਗਾੜ ਸਕਦੀ ਹੈ। ਧੀਰਜ ਚੋਰ ਡਰਾਕੁਲ ਬੋਲਤ, ਬਾਕ ਸੁਣੇ ਅਸ ਹੋਤ ਉਦਾਸਾ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਅੰਦਰ ਵਿਚਾਰ ਕਰਦੇ ਨੇ। ਗੰਗਾ ਮਾਤਾ ਗੰਗਾ ਜੀ ਨੂੰ ਨਹੀਂ ਕਹਿ ਰਹੇ ਕਿ ਇਹਨਾਂ ਨੇ ਤਾਂ ਧੀਰਜ ਵਾਲੀਆਂ, ਹੌਸਲੇ ਵਾਲੀਆਂ ਗੱਲਾਂ ਛੱਡ ਦਿੱਤੀਆਂ ਨੇ ਤੇ ਡਰਪੋਕੜਾ ਵਾਲੀਆਂ ਗੱਲਾਂ ਕਰਨ ਲੱਗ ਗਏ ਨੇ। ਤੋਰ ਖਾਸ ਕਰਕੇ ਤਾਂ ਕਰਦੇ ਨੇ, ਸੁਣੇ ਬਾਕ ਸੁਣੇ ਅਸ ਹੋਤ ਉਦਾਸਾ। ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਉਦਾਸ ਹੋ ਜਾਂਦੇ ਨੇ, ਲੋਕਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ। ਚਾਹਤ ਹੈ ਪੁਰ ਮੈਂ ਬਸਬੇ ਕਹੋ, ਪਾਸ ਸ਼ਰੀਕਣ ਕੇਰ ਆਵਾਸਾ। ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਸ਼ਰੀਕਾਂ ਦੇ ਕੋਲ ਜਾ ਕੇ ਆਪਣੇ ਘਰ ਵਿੱਚ ਵਸਾਂਗੇ। ਉੱਥੇ ਦਾਸ ਬਹੁਤੇ ਨੇ, ਸੇਵਕ ਬਹੁਤੇ ਨੇ, ਕਿ ਸ਼ਾਇਦ ਉੱਥੇ ਜਾ ਕੇ ਇੰਨਾ ਕੁਝ ਉਹ ਨਾ ਕਰੇ। ਯੋਂ ਚਿਤ ਮੈਂ ਚਿਤਵੰਤ ਦਇਆ ਨਿਧ, ਹੇਤ ਪ੍ਰਸੰਨ ਕੇ ਬੈਨ ਕਹੇ।
ਕਹਿੰਦੇ ਇਸ ਤਰ੍ਹਾਂ ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਥੋੜ੍ਹਾ ਜਿਹਾ ਮੁਸਕਰਾਏ ਨੇ ਔਰ ਮਾਤਾ ਗੰਗਾ ਜੀ ਨੂੰ ਖੁਸ਼ੀ ਦੇਣ ਵਾਸਤੇ ਬਚਨ ਗਏ। ਕਹਿੰਦੇ ਬਾਸਰ ਕੇ ਤੱਕ ਬਾਸ ਕਰੋ ਇਤ ਫਿਰ ਕਰੈ ਚਿਤ ਤੂਰ ਚਹੇ। ਸਤਿਗੁਰੂ ਜੀ ਕਹਿੰਦੇ ਨੇ ਗੰਗਾ ਜੀ ਫਿਰ ਇਹ ਕੰਮ ਕਰੋ, ਕੁਝ ਕੁ ਦਿਨ ਹੋਰ ਇੱਥੇ ਕੱਢ ਲਓ, ਫਿਰ ਜੋ ਤੁਹਾਡਾ ਚਿੱਤ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਫਿਰ ਉਵੇਂ ਕਰ ਲਵਾਂਗੇ। ਬਾਲਕ ਕੋ ਪ੍ਰਤਪਾਲ ਕਰੋ ਨਿਤ ਹੋਏ ਵਿਸਾਲ ਆਨੰਦ ਲਹੇ। ਤੁਸੀਂ ਪ੍ਰੇਮ ਦੇ ਨਾਲ ਬਾਲਕ ਦੀ ਪ੍ਰਤਪਾਲਣਾ ਕਰੋ, ਹੋਏ ਵਿਸਾਲ ਥੋੜ੍ਹਾ ਜਿਹਾ ਹੋਰ ਵੱਡਾ ਹੋ ਲੈਣ ਦਿਓ, ਅਤੇ ਜੇ ਫਿਰ ਜਾਣਾ ਹੀ ਫਿਰ ਜਿਵੇਂ ਕਹੋਗੇ ਉਵੇਂ ਕਰਾਂਗੇ, ਫਿਰ ਚੱਲੇ ਚੱਲਾਂਗੇ। ਗੰਗ ਨੇ ਸਰੋਣ ਸੁਣੀ ਹਰਖੀ ਔਰ ਛੋੜ ਹੈ ਗ੍ਰਾਮ ਕੋ ਬਾਸ ਇਹ ਹੈ। ਔਰ ਮਾਤਾ ਗੰਗਾ ਜੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਬੈਠ ਗਈ ਸੀ ਕਿ ਸ਼ਾਇਦ ਇਸ ਪਿੰਡ ਵਿੱਚ ਆਏ ਤੇ ਮੁਸੀਬਤਾਂ ਤਾਂ ਜ਼ਿਆਦੀਆਂ ਨੇ। ਔਰ ਇਹ ਤਾਂ ਗੁਰੂ ਸਾਹਿਬ ਨੇ ਸਮਝਾਇਆ ਭਾਈ ਥਾਂ ਜਿਹੜੀ ਮਰਜ਼ੀ ਹੋਵੇ, ਜੇ ਗੁਰੂ ਚੇਤੇ ਵਿੱਚ ਹੈ, ਗੁਰੂ ਦਾ ਹੱਥ ਸਿਰ 'ਤੇ ਹੈ, ਕੋਈ ਕੁਝ ਵਿਗਾੜ ਨਹੀਂ ਸਕਦਾ। ਥਾਂ ਭਾਵੇਂ ਕੋਈ ਕੁਝ ਹੋਵੇ, ਜਦੋਂ ਨੁਕਸਾਨ ਹੋਣਾ ਜਿਹੜੀ ਭਾਵੀ ਵਰਤਨੀ ਹੈ ਫਿਰ ਉਹ ਵਰਤੀ ਜਾਣੀ ਹੈ। ਮਾਤਾ ਗੰਗਾ ਜੀ ਸੁਣ ਕੇ ਖੁਸ਼ ਹੋ ਗਏ ਕਿ ਇਹ ਪਿੰਡ ਨੂੰ ਹੁਣ ਛੱਡ ਕੇ ਜਾਵਾਂਗੇ। ਯਾ ਬਿਦ ਬੋਲਤ ਬੂਝਤ ਕੋ ਨਿਸ ਜਾਮ ਗਏ ਕਰ ਖਾਨ ਆਹਾਰਾ। ਕਹਿੰਦੇ ਇਸ ਤਰ੍ਹਾਂ ਇਹ ਬਚਨ ਬਲਾਸ ਕਰਦਿਆਂ ਪੁੱਛਦਿਆਂ ਪੁਛਾਉਂਦਿਆਂ ਰਾਤ ਦਾ ਲੰਗਰ ਪਾਣੀ ਛਕਿਆ। ਰਾਤ ਜਿਹੜੀ ਸੀ ਬਤੀਤ ਹੋ ਗਈ। ਫੇਰ ਜਥਾ ਸੁਖ ਸੋ ਸੁਪਤੇ ਉਠ ਭਰਾਤ ਸਮੇਂ ਜਲ ਮੱਝਣ ਧਾਰਾ। ਸੁੱਖ ਦੇ ਨਾਲ ਸੌਂ ਕੇ ਉਹ ਰਾਤ ਬਤੀਤ ਕੀਤੀ ਔਰ ਨਿੱਤ ਦੀ ਤਰ੍ਹਾਂ ਪਹਿਰ ਰਾਤ ਉੱਠ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ਼ਨਾਨ ਕਰਦੇ ਨੇ, ਸਿੱਖ ਸੰਗਤਾਂ ਨੇ ਇਸ਼ਨਾਨ ਕੀਤਾ ਹੈ। ਮਾਤਾ ਗੰਗਾ ਜੀ ਉੱਠੇ ਨੇ ਸਮੇਂ ਸਿਰ, ਉਹਨਾਂ ਨੇ ਇਸ਼ਨਾਨ ਕੀਤਾ ਹੈ। ਤਾਤ ਕੋ ਲਾਲਤ ਹੈ ਪ੍ਰਤਪਾਲਤ ਭੂਖਣ ਘਾਲਤ ਸ਼ੋਕ ਉਦਾਰਾ। ਦਿਨ ਜਿਹੜੇ ਮਾਤਾ ਗੰਗਾ ਜੀ ਆਪਣੇ ਪੁੱਤਰ ਔਰ ਸਾਡੇ ਸਤਿਗੁਰੂ ਧੰਨ ਹਰਗੋਬਿੰਦ ਸਿੰਘ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਨੇ, ਲਾੜ ਲਟਾਉਂਦੇ ਨੇ, ਆਪਣੇ ਹੱਥੀਂ ਸੋਹਣੇ ਸੋਹਣੇ ਬਸਤਰ ਪਾ ਕੇ ਸੋਹਣੇ ਸੋਹਣੇ ਗਹਿਣੇ ਸਜਾਉਂਦੇ ਨੇ। ਸੁੰਦਰ ਚੇਰ ਸਰੀਰ ਬਿਕੈ ਪਹਿਰਾਵਤ ਹੀ ਹਰ ਖਾਵਤ ਭਾਰਾ। ਕਿਉਂਕਿ ਸਤਿਗੁਰੂ ਜੀ ਦਾ ਸਰੀਰ ਹੀ ਸੋਹਣਾ ਹੈ, ਭਾਰਾ ਸਰੀਰ ਹੈ ਔਰ ਸੋਹਣੇ ਸੋਹਣੇ ਕੱਪੜੇ ਪਾ ਕੇ ਸੋਹਣੇ ਸੋਹਣੇ ਗਹਿਣੇ ਸਜਾ ਕੇ ਮਾਤਾ ਗੰਗਾ ਜੀ ਬੜੇ ਪ੍ਰਸੰਨ ਹੁੰਦੇ ਨੇ। ਦਾਸਨ ਪੈ ਨਾ ਭਰੋਸ ਧਰੈ ਹੱਠ ਜਾਮ ਰੱਖੈ ਨਿਜ ਨੈਣ ਅਗਾਰੀ। ਮਾਤਾ ਗੰਗਾ ਜੀ ਆਪਣੇ ਦਾਸ ਦਾਸੀਆਂ 'ਤੇ ਵੀ ਭਰੋਸਾ ਨਹੀਂ ਕਰਦੇ ਕਿ ਦਾਈ ਵੀ ਦਾਸੀ ਬਣ ਕੇ ਆਈ ਸੀ, ਕਿਸੇ 'ਤੇ ਭਰੋਸਾ ਨਹੀਂ ਕਰਦੇ। ਅੱਠੇ ਪਹਿਰ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਨਿਗਰਾਨੀ ਰੱਖਦੇ ਨੇ। ਸੋਵਤ ਹਾਥ ਲਗਾਏ ਕੈ ਨੰਦਨ ਔਚਕ ਜਾਗ ਉਠੇ ਡਰ ਧਾਰੀ। ਔਰ ਜਦੋਂ ਮਾਤਾ ਗੰਗਾ ਜੀ ਸੌਂਦੇ ਨੇ ਧੰਨ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੌਂਦੇ ਨੇ ਅਤੇ ਹੱਥ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਰੱਖਦੇ ਨੇ ਕਿ ਕਿਤੇ ਮੇਰਾ ਪੁੱਤਰ ਬਾਲਕ ਇੱਕਦਮ ਡਰ ਕੇ ਉੱਠ ਨਾ ਜਾਏ। ਨੀਤ ਸਨੇਹ ਛੇਹ ਨਵੋ ਹੋਏ ਢੀਲ ਵਿਸ਼ਾਲ ਬ੍ਰਿਧੈ ਬਲ ਭਾਰੀ। ਅਤੇ ਦਿਨ ਪ੍ਰਤੀ ਦਿਨ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਵੀ ਬਲਵਾਨ ਹੁੰਦਾ, ਤਾਕਤ ਵੱਧਦੀ ਹੈ, ਢੀਲ ਡੋਲ ਹੋਰ ਭਾਰੀ ਵਧਿਆ। ਸੁੰਦਰ ਸੂਰਤ ਸ਼ੋਭਤ ਹੈ ਨਿਜ ਕੋਸ਼ਰ ਲੇਕਰ ਹੈ ਬਲਿਹਾਰੀ। ਕਹਿੰਦੇ ਜਿਵੇਂ ਸਰੀਰ ਭਾਰੀ ਹੈ, ਜਿਵੇਂ ਸੂਰਤ ਧੰਨ ਹਰਗੋਬਿੰਦ ਸਾਹਿਬ ਦੀ ਸੋਹਣੀ ਹੈ, ਪਰ ਮਾਤਾ ਗੰਗਾ ਜੀ ਫਿਰ ਵੀ ਕੁੱਛੜ ਚੁੱਕਦੇ ਨੇ, ਭਾਵੇਂ ਭਾਰੀ ਪਰ ਕੁੱਛੜ ਚੁੱਕ ਕੇ ਬਲਿਹਾਰ ਜਾਂਦੇ ਨੇ। ਕੇਤਕ ਦਿਵਸ ਬਤੀਤ ਗਏ ਜਬ ਇੱਕ ਨਿਸ਼ਾ ਪਰ ਕੈ ਸਭ ਸੋਏ। ਇਸੇ ਤਰ੍ਹਾਂ ਕਈ ਦਿਨ ਬਤੀਤ ਹੋ ਗਏ। ਇੱਕ ਰਾਤ ਨੂੰ ਜਦੋਂ ਸਾਰੇ ਲੰਗਰ ਪਾਣੀ ਛਕਿਆ ਹੈ, ਸਭ ਸੁੱਤੇ ਨੇ, ਆਰਾਮ ਕਰਦੇ ਨੇ। ਦੇਵ ਮਿਲੈ ਸਮੁਦਾਇ ਤਬੈ ਸਭ ਆਵਣ ਕੇ ਨ ਪ੍ਰਮੋਦਤ ਹੋਏ। ਔਰ ਕਵੀ ਸੰਤੋਖ ਸਿੰਘ ਲਿਖਦੇ ਨੇ ਉਸ ਰਾਤ ਸਾਰੇ ਦੇਵਤੇ ਇਕੱਠੇ ਹੋਏ, ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ। ਸ੍ਰੀ ਹਰਗੋਬਿੰਦ ਜਾਨ ਤਿਨੋਂ ਕੋ ਸ਼ੋਰ ਪ੍ਰੰਕ ਉਠੇ ਸਭ ਜੋਏ। ਸਭ ਸੁੱਤੇ ਪਏ ਨੇ ਔਰ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਜਾਣਦੇ ਨੇ।
कि देवते आए ने भाई, उन्होंने मिलन वास्ते पलंग छड्ड के सतगुरु जी उठे ने। द्वै कर बंद करे अभिनंदन, दुख नंद निकंदन तीर्थ रोए। कहते जिन्ने देवते ने ब्रह्मा जी, विष्णु जी, शिव जी, इंद्र देवता कि कह लिए 33 करोड़ देवी देवते मन्ने जाते हैं, ये सारे के सारे आए ने, सब ने हाथ जोड़े ने। और दुख निकंदन दाते, दुखों को दूर करने वाले दाते हरगोबिंद साहिब जी के सामने हाथ जोड़ के सब ने नीवी पा के नमस्कार की है। नारद सारद पारद जैसे तन, श्री ब्रह्मा मगवा जुते आए। और कवि जी कुछ कु देवतियों के नाम लिखते हैं कि नारद जी आए, शारदा जी आए, जिन्हों के परां वर्गे शरीर ने, परियां वर्गे शरीर ने, और वो देवियां भी आई ने। कहते श्री ब्रह्मा जी आए ने। 8 बसुवार रुद्र एकादश, पावक अगर मिले समुदाय। 8 वड्डे देवते फिर कहते ने कि शिव जी रुद्र एकादश, जिन्हों के 11 रूप ने। ये कह लिए कि 11 शरीर धारण करके 11 तरह का स्वरूप धारण करके शिव जी आए ने। और कहाँ तिनके गिनती होए, देखण को अवतार सुहाए। तो कवि संतोख सिंह जी लिखते हैं, ये तो मैं कुछ नाम दसे ने कि उन्होंने गिनती कितने हो सकते जेडे है ही 33 करोड़, कि रब के वड्डे वड्डे अवतार ने जेडे हरगोबिंद साहिब जी को नमस्कार करने वास्ते रात के समय आए ने। 34 जोगण बीर बवंजन, द्वै कर जोरत शीस नवाए। इन्हां देवतियों तो इलावा कहते 64 जोगणियां भी आईयां। वैष्णव मत दे विच मन्नियां जांदियां ने जोगणियां, 52 बीर मन्ने जाते हैं, वो भी आए ने। और ये उन्हां दी मनौत है, ये जोगणियां वो ने कि जिहड़ियां केवल ते केवल खून ही पींदियां ने, इन्हां दी खुराक ही खून है। और 52 बीर जिहड़े ताकतां दे बड़े बड़ियां वड्डियां ताकतां वाले ने, वो आए ने, उन्होंने हाथ जोड़ के शीस नवाया। नासन को तुर कान समूह, शरीर धरियो तुम अंतरजामी। कहते ब्रह्मा जी आदिक सारे ने हाथ जोड़े और सारे ने बेनती की कि सतगुरु धन हरगोबिंद साहिब महाराज सच्चे पातशाह जी, तुसी अंतरजामी हो, सब कुछ जानते हो, तुसी ते दुष्टां दा नाश करने वास्ते ही शरीर धारण किया है। सेवक संतन को प्रतिपारण, जो सतनाम जपै नित स्वामी। ते सतगुरु जी दूसरा तुसी अपने संत जनां दी प्रतिपालना करन आए हो कि जेड़े आज़ादी दे नाल सुख दे नाल सतनाम वाहिगुरू दा जाप जप सकन। लोक अनेक उदाहरण को जित, देन विवेक भय पथगामी। सतगुरु जी तुसी अनेकां ही लोकां दा, करोड़ों ही लोकां दा उद्धार करोगे। उद्धार करने वास्ते इस संसार ते आए हो। सूर महापुज पूर्ण श्री गुर, शत्रन चूरण को नित कामी। हे सतगुरु जी तुसी वड्डे सूरमे हो, वड जोधे बहु परोपकारी हो। जिथे अपने संत जनां ते जपड़ वालियां ते परोपकार करना है, उत्थे दुष्टां नूं अपना बल भी विखाउणा है, वैरियां दा तुसी नाश भी करना है। ये तुहाडा कारज है। कीरत को बसतीरत यों पद, पूजत चंदन को चर्चाए। कहते इस तरह धन गुरु हरगोबिंद साहिब जी की ये पहलू तो देवते सारे महिमा गाउंदे ने, फिर उत्ते धूप बत्ती तकाउंदे ने, केसर दे नाल चंदन नूं घसा के सतगुरु जी की पूजा करते हैं। ज्यों हुए आसम रावर के, हम काज करे तिम देव फुरमाए। फिर हाथ जोड़ के सारे देवते बेनती करते हैं कि ज्यों होए आयस रावर की, सतगुरु जी जिवें तुहाडा हुक्म होए साडे दे हुक्म करो कि असीं आप जी की सेवा करिए। की सेवा कर सकते हैं। 64 जोगण कीन बनाए, बड़ भूख हमै नह पाए आहारा।
ਜਦੋਂ ਬ੍ਰਹਮਾ ਜੀ ਆਦਿਕ ਇੰਦਰ ਦੇਵਤੇ ਆਦਿਕ ਇਹ ਬੇਨਤੀ ਕਰਦੇ ਨੇ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ। ਕਹਿੰਦੇ ਉਦੋਂ 64 ਜੋਗਣੀਆਂ ਅੱਗੇ ਆਈਆਂ, ਉਹਨਾਂ ਨੇ ਵੀ ਹੱਥ ਜੋੜੇ ਤੇ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਵੱਡ ਭੁੱਖ ਹਮੈ ਨਾ ਪਾਏ ਆਹਾਰਾ, ਕਿ ਸਾਨੂੰ ਵੀ ਬੜੀ ਭੁੱਖ ਲੱਗੀ ਹੈ, ਬੜਾ ਸਮਾਂ ਹੋ ਗਿਆ ਖੁਰਾਕ ਹੀ ਨਹੀਂ ਮਿਲੀ। ਔਰ ਇਹ ਬੇਨਤੀ ਹੈ ਉਹ ਮੰਨਿਆ ਜਾਂਦਾ, ਉਹਨਾਂ ਦੀ ਮਨੌਤ ਹੈ ਖੂਨ ਹੀ ਪੀਂਦੀਆਂ ਨੇ ਕਿ ਤੁਸੀਂ ਕੋਈ ਕਿਰਪਾ ਕਰੋ, ਹੁਣ ਇਹਨਾਂ ਦੁਸ਼ਟਾਂ ਦਾ ਨਾਸ਼ ਕਰੋ, ਇਹਨਾਂ ਨੂੰ ਮਾਰੋ, ਸਾਡੇ ਭੋਜਨ ਦਾ ਇੰਤਜ਼ਾਮ ਹੋਵੇ। ਬੀਰ ਬਵੰਜਨ ਬਾਕ ਕਹੇ ਹਮ ਚਾਹਤ ਹੈ ਬੜ ਜੁੱਧ ਆਖਾਰਾ, ਜਿਹੜੇ 52 ਵੀਰ ਨੇ ਉਹ ਵੀ ਸਾਹਮਣੇ ਆ ਕੇ ਹੱਥ ਜੋੜ ਕੇ ਖਲੋਤੇ ਨੇ ਕਿ ਸਤਿਗੁਰੂ ਜੀ ਅਸੀਂ ਵੀ ਚਾਹੁੰਦੇ ਕਿ ਵੱਡਾ ਯੁੱਧ ਹੋਵੇ, ਅਸੀਂ ਯੁੱਧ ਅਖਾੜੇ ਕਰਨ ਵਾਲੇ, ਯੁੱਧਾਂ ਨੂੰ ਫਤਿਹ ਕਰਨ ਵਾਲੇ, ਤੁਸੀਂ ਯੁੱਧ ਕਰੋ, ਅਸੀਂ ਯੁੱਧ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਨਾਰਦ ਆਦਿਕ ਪਾਰ ਪ੍ਰਾਰਥਨਾ ਕਰ ਬ੍ਰਿੰਦ ਮਲੇਸ਼ ਪਲੇਨ ਸੰਘਾਰਾ, ਕਹਿੰਦੇ ਨਾਰਦ ਜੀ ਆਦਿ ਸਭ ਨੇ ਪ੍ਰਾਰਥਨਾ ਕੀਤੀ, ਬੇਨਤੀ ਕੀਤੀ ਕਿ ਇਹ ਜਿਹੜੇ ਮਲੇਨ ਨੇ, ਇਹ ਜਿਹੜੇ ਮਲੇਸ਼ ਨੇ, ਇਹ ਜਿਹੜੇ ਦੁਸ਼ਟ ਲੋਕ ਨੇ, ਇਹਨਾਂ ਦੇ ਨਾਲ ਕਰੋ, ਇਹਨਾਂ ਦਾ ਸੰਘਾਰ ਮਾਰੋ, ਇਹਨਾਂ ਨੂੰ ਕਰੋ ਜੰਗ। ਰਾਵਰ ਕ੍ਰੋਧਿਤ ਜੁਧ ਕਰੋ ਇਮ ਚਾਹਤ ਦੇਵਨ ਕੋ ਗਨਸਾਰਾ, ਕਿ ਹਜ਼ੂਰ ਸਤਿਗੁਰੂ ਜੀ ਤੁਸੀਂ ਉਹਨਾਂ ਦੇ ਨਾਲ ਬੀਰ ਰਸ ਵਿੱਚ ਆ ਕੇ ਯੁੱਧ ਕਰੋ। ਇਹ ਸਾਰੇ ਦੇਵਤੇ ਜਨ ਇਹੀ ਚਾਹੁੰਦੇ ਨੇ ਤੁਸੀਂ ਯੁੱਧ ਕਰੋ, ਅਸੀਂ ਤੁਹਾਡੀ ਆ ਕੇ ਸੇਵਾ ਕਰਾਂਗੇ। ਸ੍ਰੀ ਹਰਗੋਬਿੰਦ ਦੇਤ ਆਨੰਦ ਕੋ ਦੇਵਨ ਬ੍ਰਿੰਦ ਸੋ ਕਹਿ ਬਾਨੀ, ਕਹਿੰਦੇ ਉਦੋਂ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜੀ 3 ਪੌਣੇ 3 ਸਾਲ ਦੇ ਸਰੀਰ ਦੀ ਆਰਬਲਾ ਜੇ ਲਾਈਏ ਉਦੋਂ ਇੰਨੀ ਹੈ, ਕਿਉਂਕਿ 3 ਕੁ ਸਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਬਡਾਲੀ ਦੇ ਵਿੱਚ ਰਹਿੰਦੇ ਨੇ ਨਾ। 2.5 ਪੌਣੇ 3 ਸਾਲ ਦੀ ਸਰੀਰ ਦੀ ਆਰਬਲਾ ਹੈ। ਔਰ ਉਹਨਾਂ ਦੇਵਤਿਆਂ ਨੂੰ ਆਨੰਦ ਦੇਣ ਲਈ, ਸੁੱਖ ਦੇਣ ਲਈ ਗੁਰੂ ਸਾਹਿਬ ਜੀ ਨੇ ਫਿਰ ਅੰਮ੍ਰਿਤ ਬਾਣੀ ਉੱਥੇ ਬਚਨ ਕਹੇ, ਅੰਮ੍ਰਿਤ ਵਰਗੇ ਬੋਲ ਕਹੇ। ਕਹਿੰਦੇ ਬੀਰ ਸਭੈ ਤੁਮ ਧਾਰ ਸਰੀਰ ਕੋ ਤੇਰੇ ਸੋ ਵਿਚਰੋ ਤਰੇ ਆਨੀ, ਜਿਹੜੇ 52 ਵੀਰ ਕਹਿੰਦੇ ਨੇ ਤੁਸੀਂ ਜੰਗ ਯੁੱਧ ਕਰੋ, ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਸਤਿਗੁਰੂ ਕਹਿੰਦੇ ਭਾਈ ਐਵੇਂ ਨਹੀਂ, ਫਿਰ ਸਰੀਰ ਧਾਰਨ ਕਰਕੇ ਆ ਜਾਓ, ਤੁਸੀਂ ਸਰੀਰ ਧਾਰਨ ਕਰਕੇ ਆਵੋ, ਸਮਾਂ ਬਣੇਗਾ, ਤੁਹਾਨੂੰ ਸੇਵਾ ਬਖਸ਼ਾਂਗੇ। ਨਾਰਦ ਕੋ ਦਿਖਰਾਓ ਮਹਾਰਾਣ ਮਾਰ ਮਲੇਸ਼ ਕਰੋ ਕਮਸਾਨੀ, ਕਹਿੰਦੇ ਸਮਾਂ ਆਉਣ ਦਿਓ, ਫਿਰ ਨਾਰਦ ਜੀ ਨੂੰ ਵਿਖਾ ਦਿਓ ਆਪਣੇ ਜੰਗ ਯੁੱਧ ਦੇ ਬਲ, ਕਮਸ਼ਾਨ ਦਾ ਜੰਗ ਯੁੱਧ ਕਰਕੇ। ਔਰ ਇਤਿਹਾਸ ਗੁਰੂ ਸਾਹਿਬ ਦਾ ਜਾਣਦੇ, 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ ਨੇ, ਔਰ ਸਭ ਤੋਂ ਵੱਡੀ ਜੰਗ ਸੀ ਕਰਤਾਰਪੁਰ ਸਾਹਿਬ ਵਾਲੀ, ਕਿ ਜਿੱਥੇ ਲੱਖ ਤੋਂ ਵੱਧ ਫੌਜ ਹੈ, ਕਿ ਸਮਾਂ ਵੀ ਬਹੁਤਾ ਨਹੀਂ ਲਾਇਆ, 8 ਪਹਿਰਾਂ ਦੇ ਵਿੱਚ ਮਾਰ ਮੁਕਾਇਆ, ਉੱਥੇ ਸਾਰੀਆਂ ਤਾਕਤਾਂ ਹੀ ਸਨ। ਉਹ ਗੁਰੂ ਕੇ ਜਿਹੜੇ ਸਿੱਖ ਨੇ, ਜਿਹੜੇ ਕਦੇ ਜਿਨ੍ਹਾਂ ਨੇ ਇਹ ਕਹਿ ਲਈਏ ਕਿ ਨੰਗੀ ਕਰਦ ਵੀ ਨਹੀਂ ਸੀ ਫੜੀ, ਸਮਾਂ ਤੇ ਉਹ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰਧਾਰੀ ਬਣਾਇਆ ਨਾ। ਤੇ ਉਹਨਾਂ ਸਿੱਖਾਂ ਨੇ ਜਦੋਂ ਏਡੇ ਵੱਡੇ ਜੰਗ ਨੂੰ ਮਾਰਿਆ, ਸਾਰੀਆਂ ਤਾਕਤਾਂ ਉਹਨਾਂ ਦੇ ਰਾਹੀਂ ਤੇ ਆਈਆਂ। ਪੀਵੋ ਸ਼ਰੋਨਤ 64 ਸਜੋਗਣ ਲੇਹੋ ਡਕਾਰ ਮਹਾ ਤ੍ਰਿਪਤਾਨੀ, ਔਰ ਸਤਿਗੁਰੂ ਜੀ ਉਹਨਾਂ ਜੋਗਣੀਆਂ ਨੂੰ ਵੀ ਕਹਿੰਦੇ ਨੇ ਵੀ ਉਦੋਂ ਫਿਰ ਲਾਸ਼ੇ ਲਾਸ਼ਾਂ ਆਉਣੀਆਂ ਨੇ, ਜਿੰਨਾ ਮਰਜ਼ੀ ਰੱਜ ਰੱਜ ਕੇ ਪੀਓ ਖੂਨ, ਰੱਜ ਰੱਜ ਕੇ ਡਕਾਰ ਮਾਰੇ। ਜੁੱਧ ਘਮੰਡ ਪ੍ਰਚੰਡ ਰਚੋ ਸ਼ਿਵ ਲਹੋ ਬਲੰਦ ਹੀ ਮੁੰਡਨ ਮਾਲਾ, ਔਰ ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਨੇ ਸ਼ਿਵ ਜੀ ਨੂੰ ਕਿ ਬੜਾ ਯੁੱਧ ਹੋਏਗਾ, ਬੜੇ ਬੜੇ ਅਖਾੜੇ ਲੱਗਣਗੇ, ਕਿ ਉਹਨਾਂ ਦੀਆਂ ਖੋਪੜੀਆਂ ਦੇ, ਉਹਨਾਂ ਦੇ ਸਿਰਾਂ ਦੀ ਜਿੰਨੀ ਮਰਜ਼ੀ ਮਾਲਾ ਬਣਾ ਕੇ ਪਾਇਓ ਗਲ 'ਚ। ਕਾਲੇ ਕਪਾਲ ਕਰੋ ਆਪਣੋ ਪਲ ਸ਼ਰੋਨਤ ਸੰਗ ਅਮੰਗ ਵਿਸਾਲਾ, ਤੇ ਕਾਲੀ ਮਾਤਾ ਜੀ ਨੂੰ ਕਲਕੱਤੇ ਵਾਲੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਕਾਲੀ ਤੂੰ ਵੀ ਜਿੰਨੀਆਂ ਮਰਜ਼ੀ ਖੱਪਰੇ ਭਰ ਕੇ ਪੀਵੀਂ, ਜਿੰਨੀਆਂ ਮਰਜ਼ੀ ਖੋਪੜੀਆਂ ਆਪਣੇ ਹੱਥਾਂ 'ਚ ਫੜੀ, ਚਾਹੇ ਗਲ 'ਚ ਪਾਈ, ਕਿਉਂਕਿ ਲਾਸ਼ੇ ਲਾਸ਼ਾਂ ਹੋਣੀਆਂ ਨੇ। ਜੋ ਸਭ ਦੇਵਨ ਕੇ ਮਨ ਭਾਵਤ ਸੋ ਕਰਹੁ ਬਲ ਧਾਰ ਕਰਲਾ, ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਸਾਰੇ ਤੁਸੀਂ ਦੇਵਤੇ ਜੋ ਚਾਹੁੰਦੇ ਹੋ ਨਾ, ਔਰ ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਨੇ ਭੇਜੇ ਇਸੇ ਕਰਕੇ ਹੈ, ਦੁਸ਼ਟਾਂ ਦਾ ਹੀ ਨਾਸ਼ ਕਰਨਾ ਹੈ ਨਾ।
ਤੇ ਜੇ ਤੁਸੀਂ ਚਾਹੁੰਦੇ ਹੋ ਇਹ ਬੜਾ ਵੱਡਾ ਬਲ ਧਾਰ ਕਰਾਰਾ, ਬੜਾ ਬਲ ਧਾਰਨ ਕਰਕੇ ਅਸੀਂ ਜੰਗ ਯੁੱਧ ਕਰਾਂਗੇ। ਲਾਲਤ ਮਾਤ ਕੋ ਦਿਓ ਆਨੰਦ ਸੋ, ਬਾਲਕ ਆਰ ਬਲਾ ਇਸ ਕਾਲਾ। ਪਰ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮੁਸਕਰਾ ਕੇ ਕਹਿੰਦੇ ਨੇ ਕਿ ਇਹ ਦੇਵਤੇ ਜਨੋ, ਹੁਣ ਤੇ ਅਸੀਂ ਆਪਣੀ ਮਾਤਾ ਦੇ ਬਾਲਕ ਹਾਂ, ਬੱਚੇ ਹਾਂ। ਹੁਣ ਤੇ ਅਸੀਂ ਆਪਣੀ ਮਾਤਾ ਨੂੰ ਆਨੰਦ ਦੇਣਾ ਹੈ, ਜੇ ਬਾਲਕ ਬਣ ਕੇ ਮਾਤਾ ਨੂੰ ਖੁਸ਼ ਕਰਨਾ ਹੈ। ਆਰਬਲਾ ਇਸ ਕਾਲਾ, ਹੁਣ ਇਹ ਜਿਹੜੀ ਆਰਬਲਾ ਹੈ ਬਾਲਕਾਂ ਵਾਲੀ, ਅਸੀਂ ਬਾਲਕਾਂ ਤਰ੍ਹਾਂ ਰਹਿਣਾ ਹੈ। ਜੋ ਸੁਰ ਕੇ ਔਰ ਹੋਏ ਮਨੋਰਥ, ਆਏ ਸਰੀਰ ਧਰੋ ਧਰਮੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਜਿਹੜੇ ਦੇਵਤੇ, ਜਿਹੜੇ ਜਿਹੜੇ ਇਹ ਵੀਰ ਨੇ, ਇਹ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਚਾਹੁੰਦੇ ਹੋ ਜੰਗ ਯੁੱਧ ਕਰਨਾ, ਵੀ ਸਰੀਰ ਧਾਰਨ ਕਰ ਲਓ, ਆ ਜਾਓ। ਸਮਾਂ ਪਏਗਾ, ਸਮੇਂ ਦੇ ਵਿੱਚ ਤੁਸੀਂ ਵੀ ਆਇਓ। ਫਿਰ ਮੋਹ ਸੰਗ ਸੈਣ ਬਣੋ ਰਣ ਮੈਂ, ਬਲਵੰਤ ਮਲੇਸ਼ਣ ਸੰਗਰ ਮੈਂ। ਭਾਈ ਮੇਰੇ ਨਾਲ ਆਇਓ, ਫਿਰ ਮੇਰੀ ਸੈਨਾ ਦੇ ਵਿੱਚ ਭਰਤੀ ਹੋਇਓ। ਇਹਨਾਂ ਮਲੇਸ਼ਾਂ ਦੇ ਨਾਲ, ਦੁਸ਼ਟਾਂ ਦੇ ਨਾਲ ਫਿਰ ਜੰਗ ਕਰਿਓ। ਅਯੁੱਧ ਕੇਰ ਪ੍ਰਹਾਰ ਕਰੋ, ਉਤਸ਼ਾਹਤ ਹੈ ਵ ਕਰਕੇ ਬਰਮੈ। ਕਿ ਇਵੇਂ ਦਾ ਜੰਗ ਯੁੱਧ ਨਹੀਂ ਕਰਨਾ ਕਿ ਫੂਕ ਮਾਰੀ ਤੇ ਖਤਮ ਹੋ ਗਈ। ਆਓ ਹੱਥ ਵਿੱਚ ਸ਼ਸਤਰ ਫੜਿਓ, ਉਤਸ਼ਾਹ ਦੇ ਨਾਲ ਜੰਗ ਕਰਿਓ। ਫਿਰ ਪਿਆਨ ਕਰੈ ਸੁਰ ਲੋਕ ਸੁਧਾਰ ਕੈ, ਕਾਜ ਬਸੈ ਘਰ ਮੈਂ। ਸਤਿਗੁਰੂ ਕਹਿੰਦੇ ਨੇ ਭਾਈ ਫਿਰ ਅਸੀਂ ਵੀ ਪਿਆਨਾ ਕਰਨਾ ਹੈ। ਇਹ ਸਾਰਾ ਕੁਝ ਸੋਧਾ ਲਾ ਕੇ ਜੰਗ ਯੁੱਧ ਕਰਕੇ, ਇਹ ਸਾਰਾ ਕੁਝ ਸੁਧਾਰ ਕੇ ਜਿਹੜੇ ਕਾਰਜ ਲਿਆਏ, ਕਾਰਜ ਕਰਕੇ ਅਸੀਂ ਵੀ ਜਾਣਾ। ਫਿਰ ਤੁਸੀਂ ਵੀ ਆਪੋ ਆਪਣੇ ਘਰੇ, ਆਪਣੇ ਥਾਂ ਦੁਬਾਰੇ ਜਾਇਓ। ਧੰਨ ਗੁਰੂ ਸਭ ਦੇਵ ਮਨੋਰਥ, ਪੂਰਨ ਕੋ ਕਰਤਾ ਹਰ ਖਾਵਤ। ਕਹਿੰਦੇ ਸਾਰੇ ਦੇਵਤੇ ਉਦੋਂ ਕਹਿੰਦੇ ਨੇ ਧੰਨ ਹੋ ਸਤਿਗੁਰੂ, ਤੁਸੀਂ ਧੰਨ ਹੋ ਕਿ ਜਿਹੜੇ ਸਾਡੇ ਦੇਵਤਿਆਂ ਦੇ ਮਨੋਰਥ ਨੂੰ ਪੂਰਾ ਕਰਨ ਦੀ ਤੁਸੀਂ ਅੱਜ ਗੱਲ ਕਹੀ ਹੈ, ਬਚਨ ਕਹੇ ਨੇ। ਸ਼ਾਂਤ ਕੇ ਪੰਚ ਸਰੀਰ ਧਰੇ ਸਤਨਾਮ, ਸਨੇਹ ਮੈਂ ਸੇਵਕ ਲਾਵਤ। ਹੁਣ ਇਹ ਦੇਵਤੇ ਕਹਿੰਦੇ ਨੇ ਸ਼ਾਂਤ ਕੇ ਪੰਚ ਸਰੀਰ ਧਰੇ। ਸਤਿਗੁਰੂ ਜੀ ਤੁਸੀਂ ਸ਼ਾਂਤਮਈ ਰਹਿ ਕੇ ਪਹਿਲੋਂ ਪੰਜ ਸਰੀਰਾਂ ਦੇ ਵਿੱਚ ਰਹੇ ਹੋ, ਪੰਜ ਸਰੀਰ ਧਾਰਨ ਕੀਤੇ ਨੇ ਕਿ ਸ਼ਾਂਤਮਈ ਰਹਿ ਕੇ ਕੇਵਲ ਤੇ ਕੇਵਲ ਸਤਨਾਮ ਸਨੇਹ ਮੈਂ ਸੇਵਕ ਲਾਵਤ। ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ ਕੇਵਲ ਸਤਨਾਮ ਵਾਹਿਗੁਰੂ ਜਪਣ ਵਾਲੇ ਪਾਸੇ ਲਾਇਆ ਹੈ। ਮਾਨਵ ਕੇਨ ਨਿਹਾਲ ਕਰੋੜਨ, ਸ੍ਰੀ ਪ੍ਰਭ ਕੇ ਉਮਗੈ ਗੁਣ ਗਾਵਤ। ਕਿ ਸਤਿਗੁਰੂ ਜੀ ਪੰਜ ਸਰੀਰਾਂ ਦੇ ਵਿੱਚ ਰਹਿ ਕੇ ਪੰਜਵੇਂ ਸਰੀਰ ਵਿੱਚ ਅੱਜ ਵੀ ਵਰਤਦੇ ਹੋ। ਤੁਸੀਂ ਕਰੋੜਾਂ ਹੀ ਮਨੁੱਖਾਂ ਨੂੰ ਨਿਹਾਲ ਕੀਤਾ ਹੈ, ਰੱਬ ਦੇ ਪ੍ਰੇਮ ਦੇ ਰਸਤੇ ਵਾਲੇ ਪਾਸੇ ਚ ਤੋਰਿਆ ਹੈ। ਪੰਚ ਸਰੂਪ ਅਨੂਪ ਧਰੇ ਅਬ, ਪੰਥ ਪ੍ਰਕਾਸ਼ ਕਰੋ ਰਿਪ ਕਹਾਵਤ। ਕਿ ਸਤਿਗੁਰੂ ਜੀ ਹੁਣ ਤੱਕ ਤੁਸੀਂ ਪੰਜ ਸਰੂਪ ਧਾਰਨ ਕੀਤੇ ਨੇ, ਇਹ ਛੇਵਾਂ ਸਰੂਪ ਹੈ। ਪੰਜ ਸਰੂਪਾਂ ਦੇ ਵਿੱਚ ਸ਼ਾਂਤਮਈ ਰਹਿ ਕੇ ਨਾਮ ਜਪਾਇਆ, ਹੁਣ ਛੇਵੇਂ ਸਰੂਪ ਦੇ ਵਿੱਚ ਪੰਥ ਦਾ ਪ੍ਰਕਾਸ਼ ਕਰੋ, ਫਲਾਹ ਕਰੋ। ਪੰਥ ਨੂੰ ਹੁਣ ਸ਼ੇਰ, ਇਸ ਪੰਥ ਨੂੰ, ਇਸ ਕੌਮ ਨੂੰ ਸ਼ੇਰ ਵੀ ਬਣਾਉਣਾ ਹੈ, ਜੰਗ ਯੁੱਧ ਵੀ ਕਰਨੇ ਨੇ, ਜਿੱਥੇ ਸਤਨਾਮ ਜਪਾਉਣਾ ਹੈ। ਹੁਣ ਉਹ ਸੰਤ ਤੇ ਸਿਪਾਹੀ ਵਾਲੀ ਖੇਡ ਵੀ ਤੁਸੀਂ ਖੇਡਣੀ ਹੈ। ਘੋਰ ਮਹਾ ਕਲ ਕਾਲ ਬਿਕੈ ਜੁਗ ਆਦ ਕੇ, ਰੂਰ ਮਿਰਜਾਦ ਚਲਾਈ। ਕਿਤ ਘੋਰ ਕਲਯੁਗ ਦੇ ਸਮੇਂ ਜਿਹੜੇ ਲੋਕਾਂ ਨੇ ਮਰਿਆਦਾ ਚਲਾਈ ਹੈ ਨਾ, ਕੂੜ ਦੀ, ਵਹਿਮਾਂ ਦੀ, ਭਰਮਾਂ ਦੀ, ਤੇ ਸਤਿਗੁਰੂ ਜੀ ਇਸ ਮਰਿਆਦਾ ਨੂੰ ਤੁਸੀਂ ਆ ਕੇ ਖੰਡਨ ਕਰਨਾ ਹੈ, ਇਹਨਾਂ ਵਹਿਮਾਂ ਭਰਮਾਂ ਤੋਂ ਵੀ ਬਚਾਉਣਾ ਹੈ। ਕਿਉਂ ਨਾ ਚਲਾਏ ਸਭ ਕੇ ਕਰਤਾ ਤੂੰ ਆਪ ਪਏ ਜਬ ਆਨ ਸਹਾਈ। ਤੇ ਫਿਰ ਸਤਿਗੁਰੂ ਜੀ ਕਿਉਂ ਨਾ ਲੋਕ ਇਹ ਵਹਿਮ ਭਰਮ ਤੇ ਕੂੜ ਪਖੰਡ ਛੱਡ ਕੇ ਕਿਉਂ ਨਾ ਇਸ ਰਾਹ ਤੇ ਚੱਲਣਗੇ, ਜਦੋਂ ਸੁਆਮੀ ਅਕਾਲ ਪੁਰਖ ਵਾਹਿਗੁਰੂ ਆਪ ਇਸ ਸੰਸਾਰ ਤੇ ਤੁਹਾਡੇ ਸਰੀਰ ਦੇ ਰਾਹੀਂ ਸੰਸਾਰ ਵਿੱਚ ਪ੍ਰਗਟ ਹੋਏ ਨੇ। ਦੇਵਨਿਓ ਸਿਫਤੇ ਕਰ ਦੀਰਘ, ਦੇਖ ਸਰੂਪ ਸਭੈ ਬਲ ਜਾਈ। ਕਹਿੰਦੇ ਇਸ ਤਰ੍ਹਾਂ ਸਾਰੇ ਦੇਵਤਿਆਂ ਨੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕੀਤੀ। ਸਰੂਪ ਵੇਖ ਵੇਖ ਕੇ ਬਲਹਾਰ ਜਾਂਦੇ ਨੇ, ਨਮਸਕਾਰਾਂ ਕਰਦੇ ਨੇ। ਦੋਖਨ ਕੰਦਨ ਕੋ ਕਰ ਬੰਦਨ, ਆਨੰਦ ਕੰਦ ਬੁਲੰਦ ਕਰਾਈ। ਸਾਰਿਆਂ ਨੇ ਫਿਰ ਧੰਨ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਹੈ।
जान लगे जब गंग बिलोचन, नींद को त्यागत ही बिकसाए। हुण नमस्कार करके जदों देवते वापस चले ने, कहते ने धन माता गंगा जी, उदों उन्हां दे नेत्र खुल गए, जाग खुल गई। सामने तो नहीं, पर जांदियां होयां दे पिछों दे देवतियां दे दर्शन किते। और फिर माता गंगा जी इन्हां देवतियां नूं वेख के जो कुछ विचारां करदे ने, धन गुरु अर्जन देव जी नूं दसदे ने। ये रहिंदा प्रसंग, आपां कल विचारांगे होईयां भुल्लां दी खिमा। एक दो मिनट होर रसना दे नाल हाज़री लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहे